ਮਿੰਟੂ ਜੀ, ਕੌਮੀ ਇਨਸਾਫ ਮੋਰਚਾ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ। ਸਰਕਾਰ ਵਾਸਤੇ ਇਹ ਹੈਰਾਨੀ ਪਰੇਸ਼ਾਨੀ ਦਾ ਬਾਇਸ ਬਣ ਗਿਆ। ਕੀ ਆਖਿਆ ਕੌਮੀ ਇਨਸਾਫ ਮੋਰਚਾ ਵਾਲਿਆਂ ਨੇ? ਬਿਲਕੁਲ, ਕੌਮੀ ਇਨਸਾਫ ਮੋਰਚਾ ਜਿਹੜਾ ਮੋਹਾਲੀ ਦੇ ਵਿੱਚ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਉਹਨਾਂ ਨੇ ਅੱਜ ਅਚਨਚੇਤੀ ਇੱਕ ਪ੍ਰੋਗਰਾਮ ਉਲੀਕ ਦਿੱਤਾ ਕਿ ਅਸੀਂ 26 ਜਨਵਰੀ ਨੂੰ ਇੱਕ ਮਾਰਚ ਕਰਾਂਗੇ ਜਿਹੜਾ ਕਿ 16 ਕਿਲੋਮੀਟਰ ਦਾ ਰੂਟ ਤੈਅ ਕਰੇਗਾ। ਜਿਵੇਂ ਹੀ ਇਹ ਖਬਰ ਜਾਂ ਐਲਾਨ ਬਾਹਰ ਆਇਆ ਤਾਂ ਬਾਈ ਬਹੁਤ ਤਰਥੱਲੀ ਮਚ ਗਈ, ਕਿਉਂਕਿ ਤੁਹਾਨੂੰ ਪਤਾ 26 ਜਨਵਰੀ ਬਹੁਤ ਪ੍ਰਬੰਧ ਕਰਨੇ ਹੁੰਦੇ ਨੇ ਇਹਨਾਂ ਨੇ। ਵੈਸੇ ਹੀ ਸੁਰੱਖਿਆ ਦੇ ਲਿਹਾਜ਼ ਨਾਲ ਦੇਖੀਏ ਤਾਂ ਉਹ ਸਮਾਂ ਜਿਹੜਾ ਬੜਾ ਨਾਜ਼ੁਕ ਹੁੰਦਾ ਹੈ। ਜਦੋਂ ਇਹ ਐਲਾਨ ਹੋਇਆ ਨਾਲ ਦੀ ਨਾਲ ਹੱਥਾਂ ਪੈਰਾਂ ਦੀ ਪੈ ਗਈ ਸਰਕਾਰ ਦੀ ਕਿ ਇਹ ਕੀ ਹੋ ਗਿਆ। ਹੁਣ ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਉਹ ਵੀ ਕਹਿ ਦਿੱਤੀ ਗਈ ਹੈ ਇਨਸਾਫ ਮੋਰਚਾ ਵੱਲੋਂ ਕਿ ਸਾਡੇ ਨਾਲ 32 ਕਿਸਾਨ ਜਥੇਬੰਦੀਆਂ ਦਾ ਵੀ ਤਾਲਮੇਲ ਹੈ, ਮਤਲਬ ਕਿ ਉਹ ਵੀ ਇਸ ਮਾਰਚ ਦੇ ਵਿੱਚ ਸ਼ਿਰਕਤ ਕਰ ਸਕਦੀਆਂ। ਹਾਲਾਂਕਿ ਇਹਦੇ ਵਿਰੋਧਾਭਾਸ ਦੇ ਵਿੱਚ ਜੇ ਦੇਖੀਏ ਤਾਂ ਅੱਜ ਐਸਕੇਐਮ ਜਿਹੜਾ ਕਿ ਤੁਹਾਨੂੰ ਪਤਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਦਾ ਵੀ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈ 26 ਜਨਵਰੀ ਨੂੰ ਕਿ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਟਰੈਕਟਰ ਮਾਰਚ ਕੱਢੇ ਜਾਣਗੇ। ਹਾਲਾਂਕਿ ਉਹ ਬਰੋਬਰ ਹੀ ਆ ਗਿਆ ਪ੍ਰੋਗਰਾਮ, ਪਰ ਇੱਥੇ ਜਿਹੜੀ ਗੱਲ ਕਹੀ ਗਈ ਕਿ 32 ਕਿਸਾਨ ਜਥੇਬੰਦੀਆਂ ਦਾ ਵੀ ਸਾਨੂੰ ਸਮਰਥਨ ਹੈ। ਉਹ ਦੇਖਣਾ ਹੋਏਗਾ ਕਿ ਕਿੰਨੀਆਂ ਜਥੇਬੰਦੀਆਂ ਉਸ ਦਿਨ ਜੁੜਦੀਆਂ, ਕਿੰਨਾ ਇਕੱਠ ਹੁੰਦਾ। ਪਰ ਸੁਭਾਵਿਕ ਹੈ ਕਿ ਜਿਵੇਂ ਹੀ ਇਹ ਗੱਲ ਬਾਹਰ ਆਈ, ਜਿਵੇਂ ਹੀ ਐਲਾਨ ਹੋਇਆ, ਇਹ ਸਰਕਾਰ ਜਿਹੜੀ ਹੈ ਉਹ ਪਹਿਲਾਂ ਹੀ ਜਿਹੜੀ ਨਿਗਾਹ ਰੱਖ ਕੇ ਬੈਠੀ ਸੀਗੀ ਤਾਂ ਇਹਨਾਂ ਦੇ ਹੱਥਾਂ ਪੈਰਾਂ ਦੀ ਪਈ ਹੈ ਕਿ ਹੁਣ ਇਸ ਮਾਮਲੇ ਨੂੰ ਕਿਵੇਂ ਨਜਿੱਠਿਆ ਜਾਵੇ। ਕਿਉਂਕਿ ਆਪਾਂ ਦੇਖਦੇ ਹਾਂ ਕਿ ਆਮ ਤੌਰ ਤੇ ਤਾਂ ਠੀਕ ਆ, ਕਿਸੇ ਮੌਕੇ ਤੇ ਇਹ ਜਿਹੜੇ ਅੰਦੋਲਨ ਹੁੰਦੇ ਆ, ਇਹੋ ਜਿਹੇ ਮੋਰਚੇ ਹੁੰਦੇ ਆ ਜਿਹੜੇ ਉਹ ਨਾਰਮਲੀ ਚ ਤੁਰੇ ਜਾਂਦੇ ਆ ਜੀ, ਪਰੰਤੂ ਇੱਕ ਸਪੈਸ਼ਲ ਜਦੋਂ ਕਾਲ ਹੁੰਦੀ ਆ, ਆਪਾਂ ਕਿਸਾਨ ਅੰਦੋਲਨ ਨੂੰ ਵੀ ਦੇਖਿਆ ਕਿ ਉੱਥੇ ਕਾਲਾਂ ਹੁੰਦੀਆਂ ਸੀਗੀਆਂ ਕਿ ਅੱਜ ਆਹ ਪ੍ਰੋਗਰਾਮ ਹੈ ਜੀ, ਫਿਰ ਮਹੀਨੇ ਨੂੰ ਆਹ ਪ੍ਰੋਗਰਾਮ ਹੈ। ਜਿਹੜੇ ਉਹ ਦਿਨ ਦਿੱਤੇ ਜਾਂਦੇ ਹੁੰਦੇ ਸੀਗੇ ਤਾਂ ਉਹਦੇ ਚ ਕੀ ਹੁੰਦਾ ਸੀਗਾ ਕਿ ਬਹੁਤ ਦੂਰੋਂ ਲੋਕ ਜਾ ਕੇ ਉਸ ਦਿਨ ਨੂੰ ਬਹੁਤ ਵੱਡਾ ਬਣਾ ਦਿੰਦੇ ਸਨ, ਬਹੁਤ ਵੱਡੇ ਪੱਧਰ ਤੇ ਇਕੱਠ ਹੋ ਜਾਂਦਾ। ਤਾਂ ਫਿਰ ਜਿੱਡਾ ਵੱਡਾ ਇਕੱਠ ਹੁੰਦਾ ਤਾਂ ਜਿਵੇਂ ਆਪਾਂ ਕਹਿੰਦੇ ਨੇ ਇੱਕ ਪ੍ਰੈਸ਼ਰ ਪੁਆਇੰਟ ਹੁੰਦਾ ਜਿਹੜਾ ਸਰਕਾਰ ਦਾ, ਉਹਨੂੰ ਦਬਾਉਂਦੇ ਨੇ, ਉਹ ਪ੍ਰੈਸ ਕਰਦੇ ਨੇ ਜੀ। ਹਾਲ ਦੀ ਘੜੀ ਚੰਡੀਗੜ੍ਹ ਦਾ ਤਾਂ ਇਹਨਾਂ ਨੇ ਕੋਈ ਰੂਟ ਨਹੀਂ ਐਲਾਨਿਆ ਕਿ ਅਸੀਂ ਚੰਡੀਗੜ੍ਹ 'ਚ ਦਾਖਲ ਹੋਵਾਂਗੇ। ਇਹਨਾਂ ਨੇ ਸ਼ਾਇਦ 16 ਕਿਲੋਮੀਟਰ ਇੱਥੇ ਮੋਹਾਲੀ ਦਾ ਹੀ ਪ੍ਰੋਗਰਾਮ ਉਲੀਕਿਆ, ਪਰ ਹੋ ਸਕਦਾ ਕੋਈ ਤਬਦੀਲੀ ਅੱਗੇ ਵੇਖਣ ਨੂੰ ਮਿਲੇ। ਪਰ ਜੇਕਰ ਚੰਡੀਗੜ੍ਹ ਵੜਨ ਦਾ ਐਲਾਨ ਕਰ ਦਿੱਤਾ ਜਾਂਦਾ ਹੈ, ਵੈਸੇ ਤਾਂ ਹੈ ਨਹੀਂ ਹੈ, ਜੇ ਐਲਾਨ ਕਰ ਦਿੱਤਾ ਜਾਂਦਾ ਮੌਕੇ ਤੇ ਤਾਂ ਇਹਦੇ ਤੇ ਇਹਨਾਂ ਦੀ ਨਿਗਾਹ ਬਣੀ ਰਹੇਗੀ, ਅਜਿਹਾ ਨਾ ਹੋਵੇ। ਸੋ ਦੇਖਦੇ ਹਾਂ ਕਿ ਕੀ ਹੁੰਦਾ, ਪਰ ਕਾਫੀ ਵੱਡਾ ਐਲਾਨ ਹੋ ਗਿਆ ਜੀ ਅੱਜ। ਜੀ ਮਿੰਟੂ ਜੀ, ਕੱਲ ਤੁਸੀਂ ਗੱਲ ਸਾਂਝੀ ਕਰ ਰਹੇ ਸੀ ਵੀ ਨਵਜੋਤ ਸਿੰਘ ਸਿੱਧੂ ਨੂੰ ਕੀ 26 ਜਨਵਰੀ ਨੂੰ ਅਜੇ ਜੇਲ੍ਹ ਤੋਂ ਰਿਹਾਈ ਮਿਲੇਗੀ, ਉਸ ਨੂੰ ਲੈ ਕੇ ਥੋੜ੍ਹੀ ਜਿਹੀ ਕਨਫਿਊਜ਼ਨ ਬਣੀ ਹੋਈ ਸੀ ਵੀ ਕੀ ਰეკਮੈਂਡੇਸ਼ਨ ਸਰਕਾਰ ਵੱਲੋਂ ਭੇਜੀ ਜਾਏਗੀ ਜਾਂ ਨਹੀਂ। ਪਰ ਹੁਣ ਦੂਜੇ ਪਾਸੇ ਸੁਣਨ 'ਚ ਇਹ ਆ ਰਿਹਾ ਵੀ ਨਵਜੋਤ ਸਿੱਧੂ ਦੇ ਗ੍ਰੈਂਡ ਵੈਲਕਮ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਉੱਧਰਲੇ ਪਾਸਿਓਂ ਕੀ ਅਪਡੇਟ ਹੈ ਜੀ? ਹਾਂਜੀ ਬਿਲਕੁਲ, ਹੋਰਡਿੰਗਸ ਵਗੈਰਾ ਲੱਗੇ ਆ। ਇੱਕ ਦੋ ਜਿਹੜੇ ਸਾਬਕਾ ਵਿਧਾਇਕ ਆ ਉਹਨਾਂ ਨੇ ਤੇ ਸੁਨੇਹੇ ਵੀ ਲਾ ਦਿੱਤੇ ਆਪਣੇ ਖਾਸ ਬੰਦਿਆਂ ਨੂੰ ਕਿ ਤਿਆਰੀ ਰੱਖਿਓ, ਮਤਲਬ ਕਿ ਚਿਹਰੇ ਚੂਰੇ ਚੰਗੇ ਚੋਪੜ ਕੇ ਰੱਖਿਓ, ਆਪਾਂ 26 ਜਨਵਰੀ ਨੂੰ ਸਿੱਧੂ ਨੂੰ ਲੈਣ ਜਾਣਾ ਆ। ਹਾਲਾਂਕਿ ਇਹ ਜਿਹੜੇ ਹੋਰਡਿੰਗਸ ਲੱਗੇ ਨੇ, ਬੋਰਡ ਲੱਗੇ ਨੇ, ਸਵਾਗਤੀ ਪ੍ਰੋਗਰਾਮ ਉਲੀਕੇ ਗਏ ਨੇ, ਤਿਆਰੀਆਂ ਹੋ ਰਹੀਆਂ ਨੇ, ਪਰ ਇਹਦੇ ਬਰੋਬਰ ਇੱਕ ਚਰਚਾ ਇਹ ਚੱਲ ਰਹੀ ਹੈ ਕਿ ਸ਼ਾਇਦ ਸਿੱਧੂ ਦੀ ਰਿਹਾਈ ਟਲ ਜਾਏਗੀ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਦੋਨੇ ਚੀਜ਼ਾਂ ਨੇ, ਉਹ ਜਿਵੇਂ ਕਹਿ ਲਈਏ ਨਾ ਕਿ ਅੱਧਾ ਗਲਾਸ ਖਾਲੀ ਹੈ ਅੱਧਾ ਭਰਿਆ। ਜਦ ਤੱਕ 26 ਜਨਵਰੀ ਨਹੀਂ ਲੰਘਦੀ, ਸਿੱਧੂ ਦੇ ਸਮਰਥਕਾਂ ਨੂੰ, ਟੀਮ ਸਿੱਧੂ ਨੂੰ ਪੂਰਨ ਤੌਰ ਤੇ ਆਸ ਹੈ ਕਿ ਸਿੱਧੂ ਆ ਜਾਏਗਾ। ਤਾਂ ਦੂਸਰੇ ਪਾਸੇ ਇਹ ਵੀ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਜਿਹੜੀ ਹੈ ਉਹ ਸ਼ਾਇਦ ਨਹੀਂ ਹੋਏਗੀ। ਤਾਂ ਉਹਦਾ ਇੱਕ ਕਾਰਨ ਵੀ ਹੈ, ਉਸ ਕਾਰਨ ਤੇ ਵੀ ਆਪਾਂ ਆ ਜਾਂਦੇ ਹਾਂ। ਪਰ ਜੇ ਆਪਾਂ ਦੇਖੀਏ, ਮੈਂ ਵੀ ਕੁਝ ਜੇਲ੍ਹ ਵਿਭਾਗ ਦੇ ਜਿਹੜੇ ਵੱਡੇ ਅਧਿਕਾਰੀ ਵੱਡੇ ਅਹੁਦਿਆਂ ਤੋਂ ਰਿਟਾਇਰ ਹੋਏ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਕਿ ਅੱਜ ਕੱਲ੍ਹ ਪ੍ਰੋਸੀਜਰ ਤੇ ਕੁਛ ਇਸੇ ਕਿਸਮ ਦਾ ਕਟਾਸਲ ਵੀ ਚੱਲਦੀ ਹੈ ਗਵਰਨਰ ਦੇ ਨਾਲ ਕਿ ਜਦੋਂ ਤੱਕ ਗਵਰਨਰ ਦੀ ਆਖਰੀ ਮੋਹਰ ਨਹੀਂ ਲੱਗੇਗੀ, ਜਦੋਂ ਤੱਕ ਇਹ ਅਪਰੂਵ ਨਹੀਂ ਕਰਦੇ। ਕਿਉਂਕਿ ਵਿੱਚੋਂ ਇਹ ਵੀ ਇੱਕ ਨਿਕਲਿਆ ਨੁਕਤਾ ਕਿ ਦੇਖੋ ਇੱਕ ਲਿਸਟ ਬਣਦੀ ਹੈ, ਉਹ ਲਿਸਟ ਸਕਰੀਨਿੰਗ ਕਮੇਟੀ ਕੋਲ ਜਾਂਦੀ ਹੈ, ਸਕਰੀਨਿੰਗ ਕਮੇਟੀ ਫਿਰ ਮਤਲਬ ਕਿ ਸਰਕਾਰ ਕੋਲ ਘੱਲਦੀ ਹੈ, ਫਿਰ ਸਰਕਾਰ ਫਾਈਲ ਦੇ ਰੂਪ ਦੇ ਵਿੱਚ ਅੱਗੇ ਗਵਰਨਰ ਦੇ ਕੋਲ ਤੇ ਫਿਰ ਉਹ ਹੇਠਾਂ ਨੂੰ ਆਉਂਦੀ ਹੈ। ਮਤਲਬ ਕਿ ਪ੍ਰਕਿਰਿਆ ਹੈ। ਪਰ ਐਤਕੀ ਕੀ ਹੋਇਆ ਹੈ ਕਿ ਇਹਨਾਂ ਨੇ 15 ਅਗਸਤ ਤੇ ਜਿਹੜੀ ਰਿਹਾਈ ਦੇਣੀ ਸੀਗੀ ਉਹ ਵੀ ਨਹੀਂ ਦਿੱਤੀ, ਉਹ ਵੀ ਫਾਈਲ ਗਵਰਨਰ ਨੇ ਪਰਤਾ ਦਿੱਤੀ ਸੀਗੀ, ਮੋੜ ਦਿੱਤੀ ਸੀਗੀ ਕਿ ਬਾਈ ਕੱਲੇ ਕੈਦੀ ਦਾ ਤੁਸੀਂ ਮੈਨੂੰ ਬਾਇਓਡਾਟਾ ਭੇਜੋ, ਕੱਲੇ ਕੈਦੀ ਦਾ ਸਾਰਾ ਰਿਕਾਰਡ ਭੇਜੋ। ਤੁਸੀਂ ਇੱਕੋ ਫਾਈਲ 'ਚ ਸਾਰਿਆਂ ਦਾ ਜ਼ਿਕਰ ਕਰ ਦਿੱਤਾ ਹੈ।
ਉਦੋਂ ਵੀ ਨਹੀਂ ਰਿਹਾਈ ਹੋਈ। ਐਤਕੀ ਵੀ ਦੱਸਦੇ ਕਿ 51 ਬੰਦਿਆਂ ਦੀ ਸੂਚੀ ਤਾਂ ਘਲਾਈ ਗਈ ਸੀਗੀ, ਪਰ ਸਰਕਾਰ ਜਿਹੜੀ ਹੈ ਉਹਦੇ ਤੇ ਫੈਸਲਾ ਲੈਣ ਤੋਂ ਸੰਕੋਚ ਕਰ ਰਹੀ ਹੈ। ਮਤਲਬ ਕਿ ਸੂਚੀ ਇਹਨਾਂ ਦੇ ਕੋਲ ਗਈ ਹੈ। ਹੁਣ ਜੇ ਅਜਿਹਾ ਹੈ, ਵੈਸੇ ਤੇ ਅੱਜ ਦੇਖੋ ਜੇ ਐਲਾਨ ਕਰਨਾ ਹੁੰਦਾ ਪੰਜਾਬ ਸਰਕਾਰ ਨੇ ਐਲਾਨ ਕਰ ਦੇਣਾ ਸੀ, ਉਹ ਕੱਲਾ ਸਿੱਧੂ ਦੇ ਮੱਦੇ ਨਜ਼ਰ ਨਹੀਂ, ਦੂਸਰੇ ਕੈਦੀਆਂ ਦੇ ਨਾਲ ਵੀ ਉਹ ਉਹਨਾਂ ਨੂੰ ਹੁੰਦੀ ਹੈ ਕਿ ਚਲੋ ਆਪਾਂ ਉਹਨਾਂ ਦੀ ਜਦੋਂ ਰਿਹਾਈ ਦੀ ਖਬਰ ਜਿਹੜੀ ਹੈ ਉਹ ਲੋਕਾਂ 'ਚ ਰੱਖਾਂਗੇ ਤਾਂ ਲੋਕ ਕਹਿਣਗੇ ਕਿ ਸਰਕਾਰ ਨੇ ਚੰਗਾ ਕੀਤਾ, ਜਾਂ ਕੈਦੀਆਂ ਦੇ ਪਰਿਵਾਰ ਜਿਹੜੇ ਆ ਖੁਸ਼ ਹੋਣਗੇ। ਉਹ ਪਹਿਲਾਂ ਐਲਾਨ ਕਰ ਦਿੰਦੇ ਨੇ। ਹਰਿਆਣੇ ਨੇ ਅੱਜ ਐਲਾਨ ਕਰ ਦਿੱਤਾ ਹੈ, ਉਹਨਾਂ ਨੇ ਕਹਿ ਦਿੱਤਾ ਹੈ ਕਿ ਇਹ ਜਿਹੜੀ ਬਈ 3 ਮਹੀਨੇ ਤੱਕ ਦੀ ਅਸੀਂ ਪਾਵਾਂਗੇ, ਜਿਹੜੇ ਵੱਡੇ ਕੈਦੀ ਆ ਉਹਨਾਂ ਨੂੰ ਮਾਫੀ, ਤੇ ਜਿਹੜੇ 5 ਸਾਲ ਤੋਂ ਘੱਟ ਆ ਉਹਨਾਂ ਨੂੰ 1 ਮਹੀਨੇ ਦੀ। ਮਤਲਬ ਕਿ ਉਹਨਾਂ ਨੇ 1 ਦਿਨ 1.5 ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਇਸ ਚੀਜ਼ ਦਾ, ਕਿਉਂਕਿ ਹਾਲੇ ਵੀ ਜੇ ਆਪਾਂ ਦੇਖੀਏ ਤਾਂ 2 ਦਿਨ ਹੀ ਹੈਗੇ ਆ, 2 ਦਿਨ ਮੰਨ ਕੇ ਚਲੋ, ਪਰ ਫਿਰ ਵੀ ਜੇ ਆਪਾਂ ਰਾਤ ਨੂੰ ਕੱਢ ਦਈਏ ਵਿੱਚੋਂ ਤਾਂ 1.5 ਦਿਨ ਹੈਗਾ ਕੰਮ ਕਰਦਾ। 26 ਦਾ ਦਿਨ ਜਿਹੜਾ ਉਹ ਤਾਂ ਗਿਆ ਸਮਝ ਲਓ। ਜੇ ਫਿਰ ਵੀ ਆਪਾਂ ਦੇਖੀਏ ਤਾਂ ਐਲਾਨ ਵਾਸਤੇ ਹੁਣ ਤਾਂ ਪੰਜਾਬ ਲਈ ਤਾਂ ਕੋਈ ਟਾਈਮ ਬਚਦਾ ਹੀ ਨਹੀਂ ਹੈ। ਜੀ ਜੀ, ਜੇ ਅੱਜ ਦੀ ਰਾਤ ਵੀ ਕੱਢ ਦਈਏ, 25 ਦੀ ਰਾਤ ਵੀ ਆ ਗਈ, ਗਾਂ ਤਾਂ 26 ਆ ਜਾਏਗਾ। ਤਾਂ ਇਹਨਾਂ ਨੇ ਜੇ ਐਲਾਨ ਕਰਨਾ ਸੀ ਤਾਂ ਅੱਜ ਕਰਦੇ, ਤਾਂ ਹੋ ਸਕਦਾ ਉਹ ਕੱਲ ਨੂੰ ਵੀ ਕਰ ਦੇਣ, ਪਰ ਬਹੁਤ ਹੀ ਘੱਟ ਗੁੰਜਾਇਸ਼ ਰਹਿ ਗਈ ਆ। ਪਰ ਮੈਂ ਜਿਹੜੀ ਗੱਲ ਕਰਨ ਤੇ ਥੋੜਾ ਜਿਹਾ ਸਮਾਂ ਲਵਾਂਗਾ, ਉਹ ਇਹ ਆ ਕਿ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ ਬੰਦੀ ਸਿੰਘਾਂ ਵਾਲੀ, ਸਰਕਾਰ ਮੇਰੇ ਖਿਆਲ ਦੇ ਨਾਲ ਜਿਹੜਾ ਮੇਰਾ ਮੰਨਣਾ ਵਿਅਕਤੀਗਤ ਆ ਕਿ ਜੇ ਸਰਕਾਰ ਇਹ ਫੈਸਲੇ ਨੂੰ ਰੋਕ ਕੇ ਬੈਠੀ ਹੈ ਵਿਜੇ ਜੀ, ਤਾਂ ਕਿਤੇ ਨਾ ਕਿਤੇ ਇਹਦੇ ਵਿੱਚ ਬੰਦੀ ਸਿੰਘਾਂ ਵਾਲਾ ਮੁੱਦਾ ਜ਼ਰੂਰ ਹੈ। ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਵੇਲੇ ਤੋਂ ਪਹਿਲਾਂ ਰਿਹਾਈ ਦੇ ਦਿੱਤੀ ਤਾਂ ਫਿਰ ਸਾਡੇ ਲਈ ਬਹੁਤ ਮੁਸ਼ਕਲ ਖੜੀ ਕਰ ਦੇਣਗੇ ਉਹ ਜੀ, ਬਹੁਤ ਮੁਸ਼ਕਲ ਖੜੀ ਹੋ ਜਾਏਗੀ। ਇਨਸਾਫ ਮੋਰਚਾ ਵਾਲੇ ਉਹ ਕਹਿਣਗੇ ਕਿ ਭਾਈ ਸਾਡੇ ਬੰਦਿਆਂ ਬਾਰੇ ਤੁਹਾਨੂੰ ਕੀ ਪਾਂ ਪਈ ਹੈ, ਤੁਸੀਂ ਇੱਧਰ ਕਿਉਂ ਨਹੀਂ ਰਿਹਾਈਆਂ ਕਰਦੇ ਜੀ। ਮਿੰਟੂ ਜੀ, ਇੱਧਰ ਆਮ ਆਦਮੀ ਪਾਰਟੀ ਦੇ ਵੱਡੇ ਨੇਤਾਵਾਂ ਦਾ ਸਟੇਜ ਤੇ ਤਮਾਸ਼ਾ ਬਣ ਗਿਆ, ਕੀ ਹੋਇਆ ਜੀ? ਦੇਖੋ ਇਹਨਾਂ ਦਾ ਤਮਾਸ਼ਾ ਜਿਹੜਾ ਉਹ ਇਸ ਤਰ੍ਹਾਂ ਦਾ ਹੀ ਚੱਲਦਾ ਪਿਆ ਜਿਵੇਂ ਚਲੋ ਕਿ ਇਹ ਇਲੈਕਸ਼ਨ ਮੋਡ ਦੇ ਵਿੱਚ ਹੁੰਦੇ ਆ ਨਾ, ਵੀ ਪਹਿਲਾਂ ਗੱਲਾਂ ਚਲੋ ਹੋ ਵੀ ਜਾਂਦੀਆਂ ਪ੍ਰਚਾਰ ਦੇ ਦੌਰਾਨ, ਜੋਸ਼ ਦੇ ਦੌਰਾਨ। ਇਹ ਹੁਣ ਸਰਕਾਰ ਦੇ ਵਿੱਚ ਇਹਨਾਂ ਦੀ ਨਿੱਕੀ ਗੱਲ ਜਿਹੜੀ ਉਹ ਰਿਕਾਰਡ ਹੁੰਦੀ ਆ, ਨਿੱਕੀ ਗੱਲ ਖਬਰ ਬਣਦੀ ਹੈ। ਤੇ ਤੁਸੀਂ ਵੇਖੋ ਕਿ ਸਟੇਜ ਤੇ ਬੰਦੇ ਕੌਣ ਸਨ ਜੀ, ਜਿਹੜੇ ਮੰਤਰੀ ਨੇ, ਡਾਕਟਰ ਵੀ ਨੇ ਤੇ ਬੜੇ ਪੜ੍ਹੇ ਲਿਖੇ ਵੀ ਨੇ, ਹਾਲਾਂਕਿ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਆ। ਨਿੱਜਰ ਸਾਹਿਬ ਮੰਤਰੀ ਉਹ ਵੀ ਮੌਜੂਦ ਸਨ, ਜਿਹੜੇ ਹੈਗੇ ਨੇ MLA ਰਮਨ, ਉਹ ਵੀ ਉੱਥੇ ਜਲੰਧਰ ਦੇ ਜਿਹੜੇ ਰਮਨ ਅਰੋੜਾ ਜਿਹਨਾਂ ਨੂੰ ਕਿਹਾ ਜਾਂਦਾ ਉਹ ਵੀ ਮੌਜੂਦ ਨੇ। ਇਸ ਤੋਂ ਇਲਾਵਾ ਜਲੰਧਰ ਕੈਂਟ ਦੇ ਜਿਹੜੇ ਇਹਨਾਂ ਦੇ ਇੰਚਾਰਜ ਆ ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਉਹ ਵੀ ਮੌਜੂਦ ਨੇ। ਨਾਂ ਦੇਖੋ ਕਿਹੜੇ ਬੜੇ ਨੇ ਜੀ, ਨਾਮ ਬੜੇ ਕਹਿੰਦੇ ਦਰਸ਼ਨ ਛੋਟੇ। ਤਾਂ ਉੱਥੇ ਕੀ ਹੈ ਕਿ ਲਿਸਟ ਇਹਨਾਂ ਨੇ ਅਸਲ 'ਚ ਕੀ ਹੈ ਕਿ ਬੰਦੇ ਕੁਝ ਸ਼ਾਮਲ ਕਰਵਾਉਣੇ ਸਨ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਵਾਲੇ। ਤਾਂ ਜਦੋਂ ਨਾਮ ਪੜਨ ਲੱਗਾ ਰਮਨ ਅਰੋੜਾ, ਸੋਢੀ ਨੇ ਮਾਈਕ ਖੋਣ ਦਾ ਯਤਨ ਕੀਤਾ। ਉਹ ਹਾਲੇ ਇਹ ਆਪਸ ਦੇ ਵਿੱਚ ਥੋੜੇ ਗੁੱਥ-ਬਗੁੱਥੀ ਜਿਹੇ ਹੁੰਦਾ ਸੀ, ਕੋਈ ਤੀਜਾ ਆਇਆ ਉਹ ਖੋ ਕੇ ਲੈ ਗਿਆ ਮਾਈਕ। ਤੇ ਵਿਧਾਇਕ ਇਹਨਾਂ ਦਾ ਉਹ ਵੇਖੇ ਵੀ ਆ ਬਣ ਕੇ ਗਿਆ ਜੀ, ਤੇ ਨਾਲੇ ਲਾਂਭਾ ਜਿਹਾ ਦੇਵੇ ਕਿ ਕਹਿੰਦੇ ਕਿ ਇਹ ਕੀ ਕੀਤਾ ਜੇ। ਤੇ ਫਿਰ ਨਾਲ ਇਹ ਵੀ ਕਹਿੰਦਾ ਰਿਕਾਰਡ ਹੋ ਗਿਆ ਕਿ ਇਹ ਦੋਵੇਂ ਜਿੱਥੇ ਆ ਜਾਂਦੇ ਹਨ ਨਾ, ਮਤਲਬ ਕਿ ਪ੍ਰੋਗਰਾਮ ਦਾ ਬੇੜਾ ਗਰਕ ਇਹੀ ਕਰ ਰਹੇ ਨੇ। ਹੁਣ ਕਿਹਨਾਂ ਦਾ ਜ਼ਿਕਰ ਕਰ ਰਿਹਾ ਸੀ। ਅੱਛਾ, ਫਿਰ ਉਸ ਤੋਂ ਬਾਅਦ ਇੱਕ ਉਹ ਤੁਹਾਨੂੰ ਪਤਾ ਨਾ ਵੱਡੀ ਸਾਰੀ ਮਾਲਾ ਜੀ ਹੁੰਦੀ ਆ, ਕਈ ਵਾਰ ਸਟੇਜ ਤੇ ਪਹਿਨਾਈ ਜਾਂਦੀ ਆ। ਉਹ ਮਾਲਾ ਜਿਹੜੀ ਸੀਗੀ ਉਹ ਐਡੀ ਵੱਡੀ ਨਹੀਂ ਸੀ ਹੈਗੀ ਕਿ ਸਾਰੇ ਵਿੱਚ ਆ ਜਾਣਗੇ। ਤਾਂ ਉਹਦੇ ਚ ਸੋਢੀ ਸਾਹਿਬ ਤੇ ਦੂਜੇ ਤੀਜੇ ਖਿੱਚਦੇ ਆ, ਜਿਵੇਂ ਬਿੱਲੀ ਦੇ ਬਲੂੰਗੜੇ ਜਿਹੜੇ ਉਹ ਪਤੀਲੇ ਚ ਸਿਰ ਨਹੀਂ ਫਸਾਉਂਦੇ, ਉਹ ਇਸ ਤਰ੍ਹਾਂ ਵਿੱਚ ਸਿਰ ਉਡਾ ਰਹੇ ਨੇ, ਮਾਲਾ ਦੇ ਵਿੱਚ ਆ ਜਾਏਗੀ ਕਿਸੇ ਤਰੀਕੇ ਦੇ ਨਾਲ। ਪਰ ਉਹ ਵੀ ਚੀਜ਼ ਰਿਕਾਰਡ ਹੋ ਗਈ। ਮਾਲਾ ਨਿੱਕੀ ਹੈ, ਸਿਰ ਜ਼ਿਆਦੇ ਨੇ। ਹੁਣ ਦੱਸੋ ਕਿੱਦਾਂ ਵੀ ਜਾਂਦਾ ਹੋਵੇ ਕੋਈ ਚੰਗੀ ਚੋਖੀ ਵੱਡੀ ਤੁਸੀਂ ਲੈ ਆਓ, ਉਹ ਮਾਲਾ ਸਾਰੇ ਸਿਰ ਵਿੱਚ ਫਸ ਜਾਣ, ਉਹ ਧੱਕੇ ਨਾਲ ਵੀ ਵਿੱਚ ਸਿਰ ਫਸਾਉਂਦੇ ਰਿਕਾਰਡ ਹੋ ਗਏ। ਤਾਂ ਉਹ ਸਾਰਾ ਤਮਾਸ਼ਾ ਜਿਹੜਾ ਹੈ ਉਹ ਅੱਜ ਪਬਲਿਕ ਡੋਮੇਨ 'ਚ ਆ ਗਿਆ, ਮੀਡੀਆ 'ਚ ਆ ਗਿਆ। ਲੋਕਾਂ ਨੇ ਕਿਹਾ ਕਿ ਹੁਣ ਤੇ ਅਕਲ ਨੂੰ ਹੱਥ ਮਾਰੋ, ਹੁਣ ਤੇ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ, ਹੁਣ ਤਾਂ ਤੁਹਾਡੀ ਸਰਕਾਰ ਬਣ ਗਈ ਆ, ਹੁਣ ਤੇ ਕਾਹਲੀ ਨਾ ਕਰੋ। ਪਰ ਖੈਰ ਜਲੰਧਰ ਦੇ ਵਿੱਚੋਂ ਤੁਹਾਨੂੰ ਪਤਾ ਹੀ ਅੱਗੇ ਕਿਹੜਾ ਘੱਟ ਖਬਰਾਂ ਨਿਕਲੀਆਂ ਨੇ, ਚਾਹੇ ਇਹਨਾਂ ਦਾ ਡਾਕਟਰਾਂ ਦੇ ਨਾਲ ਰੌਲਾ ਹੋਵੇ, ਚਾਹੇ ਉਹ ਪੁਲਿਸ ਅਧਿਕਾਰੀ ਦੇ ਨਾਲ ਕੁੱਟਮਾਰ ਦਾ ਰੌਲਾ ਹੋਵੇ। ਇਹਨਾਂ ਦੇ ਰੌਲੇ ਤਾਂ ਨਿਰੰਤਰ ਚੱਲਦੇ ਪਏ। ਇੱਕ ਰੌਲਾ ਤੁਹਾਨੂੰ ਪਤਾ ਹੀ ਹੈ, ਪੈਸਿਆਂ ਦੀ ਪੇਸ਼ਕਸ਼ ਵਾਲਾ ਹੋਇਆ ਸੀਗਾ ਜੀ। ਅੰਗਰਾਲ ਸਾਹਿਬ ਕਹਿੰਦੇ ਕਿ ਮੈਨੂੰ ਫੋਨ ਆਇਆ, ਮੇਰੀ ਖਰੀਦਦਾਰੀ ਸ਼ੁਰੂ ਹੋ ਗਈ ਹੈ। ਉਹ ਰੌਲਾ ਗੋਲਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ, ਚੁੱਪ ਚਾਂਦ ਹੀ ਕਰ ਗਿਆ। ਉਹ ਕਦੇ ਹੁਣ ਸੁਣਾਈ ਨਹੀਂ ਦਿੱਤਾ ਕਿ ਬਈ ਕੀ ਗੱਲ ਆ। ਭਾਜਪਾ ਨੂੰ ਹੁਣ ਇਉਂ ਲੱਗਦਾ ਕਿ ਹਾਂ ਬਈ ਇਹ ਸਾਡੇ ਲਈ ਬੇਕਾਰ ਨੇ, ਜਾਂ ਫਿਰ ਬਈ ਸਾਰਾ ਕੁਛ ਮਸਲਾ ਜਿਹੜਾ ਉਲਟ ਪੁਲਟ ਸੀਗਾ
ਜੀ ਮਿੰਟੂ ਜੀ, ਤੁਸੀਂ ਜਲੰਧਰ ਦਾ ਜ਼ਿਕਰ ਕੀਤਾ ਤੇ ਖਬਰ ਅਗਲੀ ਜਲੰਧਰ ਤੋਂ ਹੀ ਜੇ ਦੱਸ ਦਿਓ, ਜਲੰਧਰ ਦੇ ਵਿੱਚ ਜ਼ਿਮਨੀ ਚੋਣ ਕਦੋਂ ਹੋਣੀ ਹੈ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਪੂਰੀ ਤਿਆਰੀ ਖਿੱਚੀ ਜਾ ਰਹੀ ਆ ਤੇ ਉਹਦੇ ਕਿੰਨੇ ਕੁ ਆਸਾਰ ਲੱਗਦੇ ਨੇ ਆਮ ਆਦਮੀ ਪਾਰਟੀ ਦੇ, ਕੰਸੀਡਰਿੰਗ ਤੁਸੀਂ ਜਿਵੇਂ ਕੁਝ ਗੱਲਾਂ ਦਾ ਸੰਕੇਤ ਹੁਣੇ ਹੀ ਦਿੱਤਾ ਕਿ ਜਲੰਧਰ ਦੇ ਵਿੱਚੋਂ ਕਈ ਅਜਿਹੀਆਂ ਖਬਰਾਂ ਆਈਆਂ ਜਿਹੜੀਆਂ ਕਿ ਸਰਕਾਰ ਵਾਸਤੇ ਨਾਮੋਸ਼ੀ ਦੀ ਵਜ੍ਹਾ ਬਣੀਆਂ ਹੋਈਆਂ ਨੇ ਤੇ ਲਤੀਫਪੁਰਾ ਵਾਲਾ ਜਿਹੜਾ ਪੂਰੀ ਸਿਚੁਏਸ਼ਨ ਆ ਉਹ ਵੀ ਸਰਕਾਰ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੈ। ਸੋ ਜ਼ਿਮਨੀ ਚੋਣ ਕਦੋਂ ਹੋਣੀ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਕਿਹੋ ਜਿਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਦੇ ਇਸ ਬਾਈ ਇਲੈਕਸ਼ਨ ਵਾਸਤੇ? ਜੀ ਦੇਖੋ, ਗੱਲ ਇਹ ਹੈ ਕਿ ਹਾਲੇ ਉਹ ਇਲੈਕਸ਼ਨ ਜਿਹੜਾ ਆ ਉਹਦੀ ਤਰੀਕ ਜਿਹੜੀ ਹੈ ਐਲਾਨੀ ਨਹੀਂ ਗਈ। ਦੂਜੀ ਚੀਜ਼ ਇਹ ਆ ਕਿ ਲਤੀਫਪੁਰਾ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਜ਼ੀਰਾ ਫੈਕਟਰੀ ਵਾਲਾ ਜਿਹੜਾ ਮਸਲਾ ਸੀਗਾ, ਜਿੱਦਾਂ ਉਹਦੇ ਵਿੱਚ ਕੀਤਾ ਸੀਗਾ, ਤੁਹਾਨੂੰ ਯਾਦ ਹੋਏਗਾ ਜਾਂ ਤੁਸੀਂ ਕਿਤੇ ਪੜ੍ਹੀ ਸੁਣੀ ਹੋਣੀ ਆ ਖਬਰ ਕਿ ਥੋੜੇ ਦਿਨ ਪਹਿਲਾਂ ਇਹਨਾਂ ਨੇ ਉਹ ਜਿਹੜੇ ਹੈਗੇ ਸੀਗੇ ਉੱਥੇ ਕਬਜ਼ਾ ਧਾਰਕ ਕਹਿ ਲਓ ਜਾਂ ਜਿਹੜੇ ਉੱਥੇ ਘਰ ਵਾਲੇ ਸੀਗੇ, ਉਹਨਾਂ ਦੇ ਵਿੱਚੋਂ 3-4 ਬੰਦਿਆਂ ਦੇ ਨਾਮ FIR ਕੱਟੀ ਸੀਗੀ। FIR ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਇਹ ਤੇ ਬਹੁਤ ਅਮੀਰ ਬੰਦੇ ਨੇ, ਰਿਚ ਬੰਦੇ ਨੇ ਜੀ, ਕਿ ਬਹੁਤੀ ਜ਼ਿਆਦਾ ਜ਼ਮੀਨ ਇਹਨਾਂ ਨੇ ਹੀ ਫਰਜ਼ੀ ਰਜਿਸਟਰੀਆਂ ਕਰਕੇ ਨੱਪੀ ਹੋਈ ਸੀਗੀ। ਤੇ ਇੱਕ ਮੈਸੇਜ ਦੇਣ ਦਾ ਯਤਨ ਕੀਤਾ ਕਿ ਜਿਹੜੇ ਦੂਸਰੇ ਪੀੜਤ ਨੇ ਉਹ ਥੋੜੇ ਨੇ, ਅਸੀਂ ਉਹਨਾਂ ਨੂੰ ਮਤਲਬ ਕਿ ਬਹੁਤ ਜਲਦੀ ਸੇਵਾ ਕਰਵਾ ਦੇਵਾਂਗੇ। ਇਹ ਮੈਸੇਜ ਦੇਣ ਦਾ ਯਤਨ ਕੀਤਾ। ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਇਹ ਗੱਲ ਰਲਾਉਣੀ ਚਾਹਾਂਗਾ। ਦੂਜੀ ਗੱਲ ਜਿਹੜੀ ਹੈ ਕਿ ਦੇਖੋ, ਇਹਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਔਰ ਤਿਆਰੀਆਂ ਦਾ ਹੀ ਇਹ ਸਿਲਸਿਲਾ ਸੀਗਾ ਜਿਹਦੀ ਆਪਾਂ ਗੱਲ ਕੀਤੀ ਹੈ ਕਿ ਉਹ ਸਿਲਸਿਲਾ ਤਮਾਸ਼ਾ ਬਣ ਗਿਆ। ਕਿਉਂਕਿ ਪਾਰਟੀਆਂ ਦੇ ਵਿੱਚੋਂ ਜੇ ਬੰਦੇ ਤੁਸੀਂ ਲੈ ਰਹੇ ਹੋ, ਕੋਈ ਅਕਾਲੀਆਂ ਚੋਂ ਆ ਰਿਹਾ, ਕੋਈ ਕਾਂਗਰਸੀਆਂ ਚੋਂ ਆ ਰਿਹਾ, ਜ਼ਰਾ ਜੀ ਗੱਲ ਹੈ ਜਿਹਦੀ ਸਰਕਾਰ ਆ ਉਹਦੇ ਜਿੱਥੇ ਹੁਣ ਗੋੜੇ ਉੱਥੇ ਮੱਖੀਆਂ ਨੇ ਆਉਣਾ ਹੀ ਆਉਣਾ ਹੈ ਜੀ। ਤਾਂ ਇਹੀ ਹੈ ਕਿ ਜਿੱਥੇ ਸੱਤਾ ਹੈ ਉੱਥੇ ਇਸ ਤਰ੍ਹਾਂ ਦੀਆਂ ਟਪੂਸੀਆਂ ਵੱਜਦੀਆਂ ਨੇ, ਛਾਲਾਂ ਵੱਜਦੀਆਂ ਨੇ, ਲੀਡਰ ਦਲ ਬਦਲੀਆਂ ਕਰਦੇ ਆ, ਦਿਲ ਬਦਲੀ ਵੀ ਹੋ ਜਾਂਦੀ ਹੈ ਜੀ, ਦਲ ਬਦਲੀ ਵੀ ਹੋ ਜਾਂਦੀ। ਜਦੋਂ ਦਿਲ ਬਦਲੀ ਹੋਊਗੀ ਤਾਂ ਦਲ ਬਦਲੀ ਵੀ ਹੋਊਗੀ। ਤਾਂ ਗੱਲ ਜਿੱਥੋਂ ਤੱਕ ਹੈ ਕਿ ਚੋਣ ਦੀ ਤਿਆਰੀ ਤਾਂ ਆਮ ਆਦਮੀ ਪਾਰਟੀ ਨੇ ਅਗੇਤੀ ਵਿੱਢ ਦਿੱਤੀ ਹੈ, ਪਰ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਸਮੱਸਿਆਵਾਂ ਥੋੜੀਆਂ ਜਿਹੀਆਂ ਹੈਗੀਆਂ ਨੇ ਆਮ ਆਦਮੀ ਪਾਰਟੀ ਲਈ ਜੀ, ਔਰ ਸਭ ਤੋਂ ਵੱਡੀ ਲਤੀਫਪੁਰਾ ਵਾਲੀ। ਔਰ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਕਿ ਇਹਨਾਂ ਦੀ ਜਿਹੜੀ ਸਰਕਾਰ ਜਿਵੇਂ ਬਣੀ ਸੀਗੀ, ਤਿਵੇਂ ਪਹਿਲਾ ਚੈਲੰਜ ਆਇਆ ਸੀ ਸੰਗਰੂਰ, ਜਿਹੜਾ ਕਿ ਮੁੱਖ ਮੰਤਰੀ ਦਾ ਆਪਣਾ ਜ਼ਿਲ੍ਹਾ ਹੈ। ਉਸ ਚੋਣ ਦੇ ਵਿੱਚ ਵੀ ਇਹ ਬੁਰੀ ਤਰ੍ਹਾਂ ਹਾਰ ਗਏ ਸਨ ਜ਼ਿਮਨੀ ਚੋਣ ਦੇ ਵਿੱਚ। ਤੇ ਜੇ ਹੁਣ ਦੂਸਰੀ ਜ਼ਿਮਨੀ ਚੋਣ ਇਹ ਵੀ ਲੋਕ ਸਭਾ ਦੀ ਇਤਫਾਕਨ, ਤੇ ਜੇ ਇਹਦੇ ਵਿੱਚ ਵੀ ਮੰਜੀ ਠੁੱਕ ਗਈ ਤਾਂ ਫਿਰ ਤੁਸੀਂ ਜਵਾਬ ਕੀ ਦੇਵੋਗੇ? ਇਹਦਾ ਮਤਲਬ ਹੈ ਕਿ ਫਿਰ ਲੋਕ ਸਭਾ ਦੇ ਵਿੱਚ ਬਹੁਤ ਵੱਡਾ ਮੁੱਦਾ ਬਣੇਗਾ ਕਿ ਬਈ ਇਹਨਾਂ ਦਾ ਤਾਂ ਸੀਗਾ ਉਹ ਜਿਵੇਂ ਕਹਿੰਦੇ ਨੇ ਪਕਾਨਾ ਤੁਸੀਂ ਦੇਖੋ ਨਾ, ਬੱਚੇ ਫੁਲਾ ਦਿੰਦੇ ਆ, ਗਵਾਰਾ ਜਿਹਨੂੰ ਆਪਾਂ ਕਹਿੰਦੇ ਆ, ਇਹ ਤੇ ਗਵਾਰਾ ਜਿਹਾ ਸੀਗਾ, ਬਸ ਉਹਦੀ ਫੂਕ ਨਿਕਲ ਗਈ ਹੈ ਜੀ। ਇਸ ਕਰਕੇ ਇਹ ਚਾਹੁੰਦੇ ਨੇ ਕਿ ਵਾਪਸੀ ਕੀਤੀ ਜਾਵੇ, ਦਿਖਾਇਆ ਜਾਵੇ, ਦਰਸਾਇਆ ਜਾਵੇ ਕਿ ਵੇਖੋ ਸਾਡੀ ਗਵਰਨੈਂਸ ਵਧੀਆ, ਲੋਕ ਪਸੰਦ ਕਰਦੇ ਆ। ਸੰਗਰੂਰ ਵਾਲਾ ਮਾਮਲਾ ਕੁਝ ਵੱਖਰਾ ਸੀਗਾ, ਪਰ ਲੋਕ ਜਿਹੜੇ ਹਾਲੇ ਵੀ ਸਾਡੇ ਨਾਲ ਆ। ਤਾਂ ਇਸ ਕਰਕੇ ਇਹਨਾਂ ਨੇ ਤਿਆਰੀਆਂ ਵਿੱਢ ਦਿੱਤੀਆਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਜਿਹੜੀ ਇਹ ਸੀਟ ਖਾਲੀ ਹੋਈ ਹੁੰਦੀ ਹੈ, ਇਹਦੇ ਵਿੱਚ 6 ਮਹੀਨਿਆਂ ਦੇ ਅੰਦਰ ਅੰਦਰ ਇਲੈਕਸ਼ਨ ਹੋਣਾ ਹੁੰਦਾ ਹੈ। ਤਾਂ 6 ਮਹੀਨੇ ਤੁਸੀਂ ਮੰਨ ਕੇ ਚਲੋ, ਇਸ ਮਹੀਨੇ ਤੋਂ ਹੀ ਤਾਂ 6-7 ਮਹੀਨਿਆਂ ਦੇ ਅੰਦਰ ਅੰਦਰ, 7ਵੇਂ ਮਹੀਨੇ ਦੇ ਅੰਦਰ ਅੰਦਰ ਇਹ ਜਿਹੜੀ ਚੋਣ ਹੈ ਉਹ ਨੇਪਰੇ ਚੜ ਜਾਏਗੀ। ਪਰ ਉਹਦੇ 'ਚ ਕੀ ਹੈ ਕਿ ਜਾਂ ਤਾਂ ਹੋ ਸਕਦਾ ਹੈ ਕਿ ਮਾਰਚ ਦੇ ਵਿੱਚ ਹੀ ਹੋ ਜਾਵੇ, ਕਿਉਂਕਿ ਅਪ੍ਰੈਲ ਦੇ ਵਿੱਚ ਵਾਢੀ ਹੁੰਦੀ ਹੈ, ਤੇ ਜਾਂ ਫਿਰ ਅੱਗੇ ਝੋਨਾ ਜਦੋਂ ਲੱਗ ਜਾਂਦਾ ਹੈ ਜੂਨ ਤੋਂ ਬਾਅਦ ਸ਼ਾਇਦ ਹੋ ਸਕਦਾ, ਪਰ ਬਹੁਤ ਲੇਟ ਹੋ ਜਾਏਗਾ ਉਦੋਂ ਤੱਕ। ਤਾਂ ਇਹੀ ਸਮਾਂ ਹੈ ਕਿ ਜਾਂ ਤਾਂ ਵਾਢੀ ਤੋਂ ਪਹਿਲਾਂ, ਤੇ ਜਾਂ ਫਿਰ ਇਹੀ ਹੈ ਕਿ ਝੋਨਾ ਲੱਗਣ ਦੀ ਆਪਣੀ ਤਰੀਕ ਹੁੰਦੀ ਹੈ ਜ਼ਿਆਦਾਤਰ 10 ਤੋਂ 20 ਜੂਨ, ਤੇ ਉਹਦੇ ਤੋਂ ਪਹਿਲਾਂ ਨਿਬੇੜਿਆ ਜਾਵੇ ਇਹ ਕੰਮ। ਦੇਖਣਾ ਹੋਏਗਾ ਕਿ ਇਲੈਕਸ਼ਨ ਕਦੋਂ ਹੁੰਦਾ। ਪਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਤਾਂ ਤਿਆਰ ਹੈ, ਉਹ ਤਾਂ ਹੁਣ ਕਰ ਰਹੀ ਹੈ ਯਤਨ ਕਿ ਜਿਹੜੀ ਉਹ ਅੱਗੇ ਅਸੀਂ ਨਮੋਸ਼ੀ ਖੱਟੀ ਸੀ ਉਹ ਕਿਤੇ ਦੁਬਾਰਾ ਫਿਰ ਝੋਲੀ 'ਚ ਨਾ ਪੈ ਜਾਵੇ ਜੀ। ਤੇ ਮਿੰਟੂ ਜੀ, ਯੂਨੀਵਰਸਿਟੀ ਦੇ 2 ਪ੍ਰੋਫੈਸਰਾਂ ਨੇ ਇੱਕ ਲੈਟਰ ਲਿਖ ਦਿੱਤਾ, ਖਤ ਦੇ ਵਿੱਚ ਕਈ ਬੜੀਆਂ ਕੁਝ ਅਜਿਹੀਆਂ ਗੱਲਾਂ ਲਿਖੀਆਂ ਨੇ ਜਿਹਦੇ ਕਰਕੇ ਕਾਫੀ ਜ਼ਿਆਦਾ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਕੀ ਲਿਖਤਾ ਪ੍ਰੋਫੈਸਰਾਂ ਨੇ ਜੀ ਵਿਜੀਲੈਂਸ ਬਾਰੇ? ਦੇਖੋ, ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਨੇ ਇਹਨਾਂ ਤੇ ਹੀ ਵਿਜੀਲੈਂਸ ਦੀ ਗਾਜ਼ ਡਿੱਗੇਗੀ। ਅੱਛਾ, ਵਿਜੀਲੈਂਸ ਨੇ ਚਿੱਠੀ ਲਿਖੀ ਆ, ਸੌਰੀ ਜੀ ਯੈਸ, ਹਾਂਜੀ, ਇਹਨਾਂ ਦੇ ਬਾਬਤ ਪੀਯੂ ਦੇ 2 ਸੀਨੀਅਰ ਪ੍ਰੋਫੈਸਰਾਂ ਤੇ ਇਹ ਵਿਜੀਲੈਂਸ ਦੀ ਤਲਵਾਰ ਜਿਹੜੀ ਲਟਕੀ ਹੋਈ ਹੈ। ਦਰਅਸਲ ਕੀ ਹੈ ਕਿ ਤੁਹਾਨੂੰ ਪਤਾ ਹੀ ਹੋਏਗਾ ਕਿ VC ਸਾਹਿਬ ਦੀ ਛੁੱਟੀ ਹੋਈ ਆ ਕੁਝ ਦਿਨ ਪਹਿਲਾਂ। ਐਸੇ VC ਜਿਨ੍ਹਾਂ ਨੇ ਪੀਯੂ ਦੇ ਵਿੱਚ ਕੋਈ ਦਿਨ ਮੈਨੂੰ ਲੱਗਦਾ ਕਿ ਸੁੱਖਾਂ ਦਾ ਚੜ੍ਹਨ ਹੀ ਨਹੀਂ ਦਿੱਤਾ, ਨਿੱਤ ਦਿਹਾੜੇ ਵਿਵਾਦ। ਤਾਂ ਇਹ 2 ਪ੍ਰੋਫੈਸਰਾਂ ਦਾ ਜ਼ਿਕਰ ਆ ਰਿਹਾ ਹੈ ਜਿਨ੍ਹਾਂ ਦੇ ਵਿੱਚ ਇਹ ਗੱਲ ਜਿਹੜੀ ਹੈ ਚੱਲਦੀ ਪਈ ਹੈ। ਵੈਸੇ ਤਾਂ ਮਹਿਕਮੇ ਦੇ ਵਿੱਚ ਹੀ ਸਾਰੇ ਦੇ ਚੱਲਦੀ ਹੁੰਦੀ ਹੈ
ਜਦੋਂ ਇਸ ਤਰ੍ਹਾਂ ਦਾ ਕੋਈ ਮਾਮਲਾ ਹੋ ਜਾਵੇ, ਫਿਰ ਯੂਨੀਵਰਸਿਟੀ ਦਾ ਮਾਮਲਾ ਹੋਵੇ ਤਾਂ ਉੱਥੇ ਵੀ ਚੱਲਦੀ ਹੈ ਸਾਰਾ ਜੀ ਗੱਲ ਆ। ਤਾਂ ਇਹਦੇ 'ਚ ਕੀ ਹੈ ਕਿ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦਾ ਇਹ ਮਾਮਲਾ ਹੈ, ਜਿਹਦੇ ਵਿੱਚ ਹਾਲੇ ਤੱਕ ਇਹ ਧੂਣੀ ਜਿਹੜੀ ਧੁਖਦੀ ਪਈ ਆ, VC ਸਾਹਿਬ ਤੇ ਚਲੇ ਗਏ ਆ। ਤਾਂ ਇਹਦੇ 'ਚ ਕੀ ਹੈ ਕਿ ਨਾਮੀ ਵਿਭਾਗ ਦੇ 2 ਸੀਨੀਅਰ ਪ੍ਰੋਫੈਸਰਾਂ ਤੇ ਪੰਜਾਬ ਵਿਜੀਲੈਂਸ ਦੀ ਤਲਵਾਰ ਜਿਹੜੀ ਹੈ ਲਟਕੀ ਹੈ। ਇਹਨਾਂ ਤੇ ਕਰੀਬ 10 ਸਾਲ ਪੁਰਾਣੇ ਮਾਮਲੇ 'ਚ ਵਿੱਤੀ ਗੜਬੜੀ ਜੇ ਇਹ ਗੰਭੀਰ ਦੋਸ਼ ਨੇ। ਵਿੱਤੀ ਗੜਬੜੀ ਦੇ ਗੰਭੀਰ ਦੋਸ਼ ਨੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਵੱਲੋਂ ਯੂਨੀਵਰਸਿਟੀ 'ਚ ਕਰਵਾਏ ਗਏ ਇੱਕ ਸੈਮੀਨਾਰ 'ਚ ਸਰਕਾਰੀ ਕੋਟੇ 'ਚੋਂ ਜਿਹੜੀ ਗ੍ਰਾਂਟ ਜਾਰੀ ਕੀਤੀ ਗਈ ਸੀ, ਜਿਸ ਦੀ ਵਰਤੋਂ ਅਤੇ ਉਸ ਦੀ ਗਲਤ ਜਾਣਕਾਰੀ ਦੇਣ ਤੇ ਇਹ ਮਾਮਲਾ ਜਿਹੜਾ ਵਿਜੀਲੈਂਸ ਦੇ ਕੋਲ ਪਹੁੰਚਿਆ। ਹੁਣ ਤੁਸੀਂ ਆਪ ਹੀ ਦੇਖ ਲਿਆ ਕਿ ਇੱਕ VC ਪਲੱਸ ਆ ਗਿਆ, ਨਾਲ ਇੱਕ ਸਾਬਕਾ ਮੰਤਰੀ, 2 ਪ੍ਰੋਫੈਸਰ, ਤਾਂ ਫਿਰ ਵਿਜੀਲੈਂਸ ਛੱਡੇਗਾ ਕਿੱਦਾਂ ਜੀ? ਵਿਜੀਲੈਂਸ ਤਾਂ ਘੇਰ ਕੇ ਕੈਂਚੀ ਮਾਰੇਗਾ। ਸੋ ਇਸ ਕਰਕੇ ਹੁਣ ਇਹਨਾਂ ਨੇ ਉਹ ਜੋ ਇੱਕ ਫਾਰਮੈਲਿਟੀ ਹੁੰਦੀ ਹੈ ਕਿ ਇਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਕਰਨੀ ਹੈ ਜੀ, ਉਹ ਪੱਤਰ ਲਿਖਿਆ ਜਾਂਦਾ ਯੂਨੀਵਰਸਿਟੀ ਪ੍ਰਸ਼ਾਸਨ ਨੂੰ। ਤਾਂ ਉਹ ਪੱਤਰ ਕੀ ਹੁੰਦਾ ਕਿ ਤੁਸੀਂ ਇਹ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਅਪਰੂਵ ਕਰ ਦਿਓ। ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪ੍ਰਵਾਨਗੀ ਦੇ ਦਿੱਤੀ ਤਾਂ ਫਿਰ ਇਹ ਜਾਂਚ ਪੜਤਾਲ ਖੁੱਲ ਜਾਏਗੀ, ਤੇ ਇਹ ਹੋਣੀ ਵੀ ਚਾਹੀਦੀ ਹੈ ਜਾਂਚ ਪੜਤਾਲ, ਕਿਉਂਕਿ ਵਿਜੇ ਜੀ ਗੱਲ ਇਹ ਆ ਕਿ VC ਸਾਹਿਬ ਤੇ ਵੀ ਦੋਸ਼ ਇਸੇ ਕਿਸਮ ਦੇ ਲੱਗੇ ਨੇ, ਬਹੁਤ ਦੋਸ਼ ਲੱਗੇ ਨੇ, ਤਰ੍ਹਾਂ ਦੇ ਦੋਸ਼ ਨੇ ਕਿ ਗਿਫਟ ਤੱਕ, ਮਤਲਬ ਕਿ ਗਿਫਟ ਤੱਕ ਲੈ ਜਾ ਰਹੇ ਸੀਗੇ ਜੀ, ਇਹ ਦੋਸ਼ ਨੇ ਕਥਿਤ ਤੌਰ ਤੇ। ਤਾਂ ਗੱਲ ਇਹ ਹੈ ਕਿ ਕਿਉਂਕਿ ਹੁਣ ਜਿਹੜਾ PU ਹੈ, PU ਦਾ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਨਾਲ ਤਾਂ ਬਹੁਤ ਜ਼ਿਆਦਾ ਗੂੜਾ ਜਜ਼ਬਾਤੀ ਰਿਸ਼ਤਾ ਹੀ ਨਹੀਂ ਹੈ। ਜੇ ਤੁਸੀਂ ਦੇਖੋਗੇ ਤਾਂ ਯੂਨੀਵਰਸਿਟੀ ਜਿਹੜੀ ਆ ਉਹ ਅਬੋਹਰ ਦੇ ਨਾਲ ਆ ਲੱਗਦੀ ਹੈ, ਰਾਜਸਥਾਨ ਦੇ ਨਾਲ ਆ ਲੱਗਦੀ ਹੈ, ਇੱਥੋਂ ਤੱਕ ਦਾਇਰਾ ਉਹਦਾ, ਚਾਹੇ ਉਹ ਚੋਣਾਂ ਨੇ, ਚਾਹੇ ਉਹ ਸਟੂਡੈਂਟ ਨੇ, ਚਾਹੇ ਇਹਦੇ ਵਿੱਚ ਜਿਹੜੇ ਕਾਲਜ ਆ, ਜਿਹੜੇ ਇਹਨਾਂ ਦੇ ਗਾਂ ਅੱਗੇ ਕਾਲਜ ਹੁੰਦੇ ਨੇ ਯੂਨੀਵਰਸਿਟੀ ਦੇ ਮੁਤਹਿਤ ਜਿਹੜੇ ਚੱਲਦੇ ਨੇ, ਤਾਂ ਉਹਨਾਂ ਕਾਲਜਾਂ ਦੇ ਵਿੱਚ ਕੰਮਕਾਰ ਜਿਹੜਾ ਚੱਲਦਾ ਹੈ ਤਾਂ ਉਹ ਚੱਲਣਾ ਤਾਂ ਹੁਣ ਯੂਨੀਵਰਸਿਟੀ ਦੇ ਤਹਿਤ ਹੀ ਹੈ ਨਾ, ਯੂਨੀਵਰਸਿਟੀ ਦੇ ਮੁਤਹਿਤ ਹੀ ਹੈ। ਤਾਂ ਉਹ ਕਾਲਜਾਂ ਤੋਂ ਵੀ ਕਹਿੰਦੇ ਆ ਕਿ ਕੁਝ ਇੱਧਰ ਉੱਧਰ ਹੋਇਆ ਹੈ। ਸੋ ਇਸ ਕਰਕੇ ਕਾਫੀ ਵੱਡਾ ਪੁਲੰਦਾ ਹੈ। ਪੰਜਾਬ ਸਰਕਾਰ ਇਹਨੂੰ ਥੋੜਾ ਛੇੜਨਾ ਚਾਹੁੰਦੀ ਹੈ, ਉਸ ਤੋਂ ਬਾਅਦ ਦੇਖਣਗੇ ਕਿ ਜਦੋਂ ਉਹ ਜਿਵੇਂ ਕਹਿੰਦੇ ਹੁੰਦੇ ਨਾ ਪੰਜਾਬੀ, ਖੜਾ ਹੋਣ ਜੋਗੀ ਜਗ੍ਹਾ ਮਿਲ ਜਾਵੇ, ਬਹਿ ਤੇ ਆਪ ਹੀ ਜਾਣਾ ਜੀ। ਤੇ ਇਸੇ ਕਰਕੇ ਇਹ ਰਾਹ ਲੱਭ ਰਹੇ ਆ ਕਿ ਕੋਈ ਮਾੜੀ ਮੋਟੀ ਕੁੰਡੀ ਲੱਭ ਜਾਵੇ, ਫਿਰ ਕੁੰਡੀ ਅਸੀਂ ਆਪੇ ਪਾ ਲਵਾਂਗੇ ਇਹਨਾਂ ਨੂੰ ਜੀ। ਮਿੰਟੂ ਜੀ ਹੁਣ ਇਹ ਦੱਸਿਓ, ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਨੇ ਸੋਢੀ ਸਾਹਿਬ, ਉਹਨਾਂ ਦਾ ਇਹ ਕਹਿਣਾ, ਕਹਿੰਦੇ ਵੀ ਮੇਰੇ ਮੋਢੇ ਤੇ ਰੱਖ ਕੇ ਨਾ ਬੰਦੂਕ ਚਲਾਓ, ਕਿਉਂਕਿ ਸੁਪਰੀਮ ਕੋਰਟ ਤੇ ਸਰਕਾਰ ਦੇ ਵਿਚਕਾਰ ਜਿਹੜੀ ਇਸ ਵੇਲੇ ਉਹ ਟੱਸਲ ਚੱਲਦੀ ਪਈ ਆ, ਲਾਅ ਮਿਨਿਸਟਰ ਵਰਸਸ ਜੁਡੀਸ਼ਰੀ। ਸੋ ਉਹਦੇ ਬਾਰੇ ਇਹ ਸਾਬਕਾ ਜੱਜ ਦਾ ਕੀ ਕਹਿਣਾ ਜੀ? ਜੀ ਬਿਲਕੁਲ, ਇਹਨਾਂ ਨੇ ਜਿਹੜੀ ਗੱਲ ਇਹ ਕਹੀ ਹੈ ਉਹ ਇਸੇ ਸੰਦਰਭ ਦੇ ਵਿੱਚ ਕਹੀ ਹੈ ਕਿ ਬਈ ਤੁਸੀਂ ਮੇਰੇ ਮੋਢੇ ਤੇ ਰੱਖ ਕੇ ਬੰਦੂਕ ਨਾ ਚਲਾਓ, ਤੁਸੀਂ ਆਪਣੇ ਪੱਧਰ ਤੇ ਗੱਲ ਕਹੋ ਜਿਹੜੀ ਕਹਿਣੀ ਆ। ਮੈਂ ਤਾਂ ਆਪਣੀ ਗੱਲ ਜਿਹੜੀ ਆ ਉਹ ਕਹੀ ਹੋਈ ਹੈ, ਤਾਂ ਉਹਦੇ ਵਿੱਚ ਬਈ ਮੈਂ ਇਸ ਮੁੱਦੇ ਨੂੰ ਚੁੱਕਣ ਵਾਸਤੇ ਕਾਨੂੰਨ ਮੰਤਰੀ ਦਾ ਧੰਨਵਾਦ ਤਾਂ ਕਰਦਾ, ਪਰ ਮੈਂ ਰਾਜਨੀਤਿਕ ਵਿਅਕਤੀ ਨਹੀਂ, ਹੈ ਮੇਰੀ ਨਿੱਜੀ ਰਾਏ ਆ। ਕੋਲੀਜੀਅਮ ਸਿਸਟਮ ਹੈ ਜਿਹੜਾ, ਉਹ ਕਹਿੰਦੇ ਕਿ ਇਹ ਗੈਰ ਸੰਵਿਧਾਨਿਕ ਹੈ। ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਇੱਕੋ ਸੈਕਟਰੀਏਟ ਜਿਹੜਾ ਹੈ ਹੋਣਾ ਚਾਹੀਦਾ ਹੈ। ਮਤਲਬ ਕਿ ਉਹਨਾਂ ਦੀ ਇਹ ਦਲੀਲ ਹੈ ਕਿ ਬਈ ਤੁਸੀਂ ਜੋ ਗੱਲ ਜਿਸ ਸੰਦਰਭ 'ਚ, ਜਿਸ ਪਰਪੇਖ 'ਚ ਮੋੜ ਰਹੇ ਹੋ, ਮੈਂ ਉਧਰ ਨਹੀਂ ਜਾਣਾ ਚਾਹੁੰਦਾ। ਮੇਰਾ ਨੁਕਤਾ ਇਹ ਹੈ ਕਿ ਮੈਂ ਕੋਲੀਜੀਅਮ ਸਿਸਟਮ ਦਾ ਵਿਰੋਧ ਜ਼ਰੂਰ ਕਰਦਾ ਹੈ, ਪਰ ਉਹਦਾ ਇੱਕ ਅਲੱਗ ਤੋਂ ਮਕਸਦ ਹੈ ਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਜਿਹੜਾ ਸੈਕਟਰੀਏਟ ਹੈ ਇੱਕੋ ਹੋਵੇ ਜੀ। ਤਾਂ ਮਤਲਬ ਕਿ ਕੋਲੀਜੀਅਮ ਦਾ ਕੀ ਹੈ, ਹੁਣ ਦੇਖੋ ਕੋਲੀਜੀਅਮ ਤੇ ਅੱਗੇ ਵੀ ਆਪਾਂ ਗੱਲ ਕੀਤੀ ਹੈ ਕਿ ਕੋਲੀਜੀਅਮ ਸਿਸਟਮ ਕੀ ਹੈ, ਕੋਈ ਜੱਜਾਂ ਦੀ ਅਪੁਆਇੰਟਮੈਂਟ ਕਰਦਾ ਹੈ। ਜਿਵੇਂ ਮੰਨ ਲਓ ਸੁਪਰੀਮ ਕੋਰਟ ਵਾਸਤੇ ਜੱਜ ਜੇ ਨਿਯੁਕਤ ਕਰਨੇ ਆ ਤਾਂ ਇੱਕ CJI ਸਾਹਿਬ ਹੋ ਗਏ, ਚੀਫ ਜਸਟਿਸ ਆਫ ਇੰਡੀਆ, 4 ਮੋਸਟ ਸੀਨੀਅਰ ਹੋ ਗਏ ਜੀ। ਉਹਨਾਂ ਨੇ ਜਿਹੜੀ ਵੀ ਸਿਫਾਰਿਸ਼ ਘੱਲ ਦਿੱਤੀ, ਜੇ ਇਹਨਾਂ ਨੇ ਇੱਕ ਵਾਰੀ ਕੇਂਦਰ ਨੇ ਮੋੜ ਵੀ ਦਿੱਤੀ ਤਾਂ ਦੁਬਾਰ ਤੋਂ ਘੱਲ ਦਿੱਤੀ, ਇਹ ਮੋੜ ਨਹੀਂ ਸਕਦੇ। ਬਸ ਕੋਲੀਜੀਅਮ ਦੀ ਇੰਨੀ ਵੱਡੀ ਪਾਵਰ ਹੈ, ਬਸ ਨਿੱਕੀ ਜੀ ਗੱਲ ਹੈ ਜੀ। ਇਹਨਾਂ ਦੀ ਕੋਈ ਵੀ ਮਤਲਬ ਕਿ ਉੱਥੇ ਨਹੀਂ ਚੱਲਣੀ ਜਦੋਂ ਦੁਬਾਰ ਤੋਂ ਉਹ ਸਿਫਾਰਿਸ਼ ਆ ਗਈ। ਤਾਂ ਇਦਾਂ ਹੀ ਆ, ਹਾਈ ਕੋਰਟ ਦੇ ਵਿੱਚ 3 ਜੱਜ ਹੁੰਦੇ ਨੇ, ਚੀਫ ਜਸਟਿਸ ਤੇ 2 ਜਿਹੜੇ ਸੀਨੀਅਰ। ਤਾਂ ਗੱਲ ਇਹ ਹੈ ਕਿ ਇਹੀ ਇਸ ਤਰ੍ਹਾਂ ਦਾ ਇੱਕ ਸਿਸਟਮ ਹੈ ਜਿਹੜਾ ਇਸ ਵੇਲੇ ਵਿਵਾਦ ਦਾ ਰੂਪ ਧਾਰਨ ਕਰ ਗਿਆ, ਕਿਉਂਕਿ ਕੇਂਦਰ ਚਾਹੁੰਦਾ ਹੈ ਕਿ ਕੋਲੀਜੀਅਮ ਜੇ ਰੱਖਣਾ ਹੈ, ਪਹਿਲੀ ਗੱਲ ਤਾਂ ਇਹ ਸਿਸਟਮ ਹੋਣਾ ਹੀ ਨਹੀਂ ਚਾਹੀਦਾ। ਉਹ ਕਹਿੰਦੇ ਕਿ ਅਸੀਂ ਲੈ ਕੇ ਆਏ ਸੀਗੇ ਜਦੋਂ ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟ ਐਕਟ, ਤਾਂ ਤੁਸੀਂ ਉਹਦੇ ਤਹਿਤ ਬਈ ਇੱਕ ਬਣਾ ਦਿੰਦੇ ਬੋਡੀ, ਤਾਂ ਉਹ ਕੰਮ ਚਲਾਉਂਦੀ। ਪਰ ਉਹ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਨਹੀਂ, ਜੋ ਸੰਵਿਧਾਨ ਦਾ ਮੂਲ ਢਾਂਚਾ ਹੈ ਅਸੀਂ ਉਹਦੇ ਨਾਲ
ਬਦਲਾਅ ਦੀ ਜਿਹੜੀ ਹੈ ਜਾਂ ਛੇੜਛਾੜ ਦੀ ਇਜਾਜ਼ਤ ਨਹੀਂ ਦੇ ਸਕਦੇ। ਤਾਂ ਇਹਨਾਂ ਦਾ ਤਰਕ ਇਹੋ ਆ ਕਿ ਘੱਟੋ ਘੱਟ ਹੁਣ ਇਹਦੇ ਵਿੱਚ ਇਹ ਆ ਕਿ ਤੁਸੀਂ ਉਦੋਂ ਮੰਨੇ ਸੀ ਕਿ ਕੋਲੀਜੀਅਮ 'ਚ ਇੱਕ ਨੁਮਾਇੰਦਾ ਸਰਕਾਰ ਦਾ ਰੱਖਿਆ ਜਾ ਸਕਦਾ, ਤਾਂ ਰੱਖੋ। ਇਹਨਾਂ ਨੇ ਪੱਤਰ ਵੀ ਲਿਖ ਦਿੱਤਾ। ਤਾਂ ਮਤਲਬ ਕਿ ਉਹ ਕੋਲੀਜੀਅਮ ਦਾ ਜਾਂ ਸੁਪਰੀਮ ਕੋਰਟ ਦਾ ਕੋਈ ਵੀ ਪਹਿਲੂ ਐਸਾ ਛੱਡਦੇ ਨਹੀਂ ਜਿਹਦੇ ਵਿੱਚ ਆਲੋਚਨਾ ਹੋਣੀ ਹੋਵੇ। ਇਸ ਕਰਕੇ ਕਿਰਨ ਰਿਜੀਜੂ ਨੇ ਸੋਢੀ ਸਾਹਿਬ ਦੀ ਇਹ ਜਿਹੜੀ ਪੁਰਾਣੀ ਵੀਡੀਓ ਸੀ ਜਿਹਦੇ ਵਿੱਚ ਉਹ ਆਪਣਾ ਓਪੀਨੀਅਨ ਦੇ ਰਹੇ ਸੀਗੇ, ਇਹ ਇਹਨਾਂ ਨੇ ਅੱਗੇ ਸ਼ੇਅਰ ਕਰ ਦਿੱਤੀ। ਕਹਿੰਦੇ ਕਿਆ ਦੇਖ ਲਓ, ਵਿਚਾਰ ਸੁਣੋ ਵੀ ਇਹਨਾਂ ਨੇ ਕਿਸ ਤਰ੍ਹਾਂ ਸੁਪਰੀਮ ਕੋਰਟ ਵਾਲਿਆਂ ਨੇ ਹਾਈਜੈਕ ਕਰ ਰੱਖਿਆ ਹੈ ਜੁਡੀਸ਼ਰੀ ਨੂੰ। ਇੱਕ ਬਹੁਤ ਵੱਡਾ ਕਹਿ ਲਓ ਕਿ ਸੋਢੀ ਸਾਹਿਬ ਦਾ ਬਿਆਨ ਸੀ ਜਿਹਨੂੰ ਅਗਾਂਹ ਫਿਰ ਇਹਨਾਂ ਨੇ ਖੂਬ ਪ੍ਰਚਾਰਿਆ ਜੀ। ਤੇ ਮਿੰਟੂ ਜੀ, ਹਾਕੀ ਵਰਲਡ ਕੱਪ ਦੇ ਵਿੱਚ ਬੈਲਜੀਅਮ ਤੇ ਆਸਟ੍ਰੇਲੀਆ ਸੈਮੀਫਾਈਨਲ ਪਹੁੰਚ ਗਏ ਜੀ। ਹਾਂਜੀ ਬਿਲਕੁਲ ਜੀ, ਬੈਲਜੀਅਮ ਨੇ 2-0 ਨਾਲ ਹਰਾ ਦਿੱਤਾ ਨਿਊਜ਼ੀਲੈਂਡ ਨੂੰ, ਤੇ ਆਸਟ੍ਰੇਲੀਆ ਸਪੇਨ ਦਾ ਤਾਂ ਬੜਾ ਕੜਾਕੇਦਾਰ ਮੈਚ ਸੀਗਾ। ਇੱਕ ਵੇਲਾ ਇਸ ਤਰ੍ਹਾਂ ਦਾ ਆਇਆ ਕਿ ਆਸੀਜ਼ ਪਿੱਛੇ ਰਹਿ ਗਏ, ਅੱਛਾ ਜੀ, 2-1 ਨਾਲ, ਪਰ ਫਿਰ ਵਾਪਸੀ ਹੋਈ ਥਰਡ ਕੁਆਟਰ ਦੇ ਵਿੱਚ। ਬੜੀ ਜ਼ਬਰਦਸਤ ਖੇਡ ਸੀ, ਖੇਡ ਬੜੀ ਜ਼ਬਰਦਸਤ ਹੈ, ਪੂਰੀ ਜ਼ਾਲਮ ਖੇਡ ਕੇ ਹਾਕੀ ਦੀ ਜਿਹੜੀ ਹੈ ਵੇਖਣ ਨੂੰ ਮਿਲ ਰਹੀ ਆ। ਤਾਂ ਬੈਲਜੀਅਮ, ਮੈਂ ਅੱਗੇ ਵੀ ਕਿਹਾ ਸੀਗਾ, ਹੁਣ ਵੀ ਕਹਿਣਾ ਕਿ ਜੇ ਅਸੀਂ ਜਿੱਤ ਵੀ ਜਾਂਦੇ, ਅਸੀਂ ਮਤਲਬ ਕਿ ਆ ਜਾਂਦੇ ਕੁਆਟਰ ਦੇ ਵਿੱਚ, ਤੇ ਬੈਲਜੀਅਮ ਨੇ ਸਾਨੂੰ ਫਿਰ ਕੁੱਟ ਦੇਣਾ ਸੀਗਾ, ਕਿਉਂਕਿ ਸਾਡੀ ਤਿਆਰੀ ਉਸ ਪੱਧਰ ਦੀ ਹੈ ਹੀ ਨਹੀਂ ਹੈ। ਤਾਂ ਇਸੇ ਤਰ੍ਹਾਂ ਆਸਟ੍ਰੇਲੀਆ ਸਪੇਨ ਦਾ ਜਿਹੜਾ ਮੁਕਾਬਲਾ ਬੜਾ ਘੈਂਟ ਮੁਕਾਬਲਾ ਸੀਗਾ। ਆਸਟ੍ਰੇਲੀਆ ਬੈਲਜੀਅਮ 2 ਸੈਮੀ, ਤਾਂ ਹੁਣ ਤਕਰੀਬਨ ਕਹਿ ਲਓ ਕਿ ਟੀਮਾਂ ਤੈਅ ਨੇ, 2 ਕੱਲ੍ਹ ਨੂੰ ਨਿਕਲ ਆਉਣਗੇ, 4 ਸੈਮੀ ਦੀਆਂ ਟੀਮਾਂ ਜਿਹੜੀਆਂ ਉਹ ਤੈਅ ਹੋ ਜਾਣਗੀਆਂ ਜੀ। ਤੇ ਉਧਰ ਅੱਜ ਵਨਡੇ ਇੰਟਰਨੈਸ਼ਨਲ ਦੀ ਸੀਰੀਜ਼ ਜਿਹੜੀ ਨਿਊਜ਼ੀਲੈਂਡ ਨਾਲ ਚੱਲ ਰਹੀ ਸੀ, ਭਾਰਤ ਦੀ ਬਾਇਲੇਟਰਲ ਸੀਰੀਜ਼ ਸੀ, ਉਹ 3-0 ਦੇ ਫਰਕ ਨਾਲ ਜਿਹਨੂੰ ਕਹਿੰਦੇ ਕਲੀਨ ਸਵੀਪ ਮਾਰੀ ਇੰਡੀਆ ਦੀ ਟੀਮ ਨੇ। ਸ਼ੁਭਮਨ ਗਿੱਲ ਨੂੰ ਮਿਲਿਆ ਜੀ ਮੈਨ ਆਫ ਦਾ ਸੀਰੀਜ਼ ਦਾ ਅਵਾਰਡ। ਇਹ ਤੇ ਰਾਨੀ ਬਹੁਤ ਸੀ ਮੇਰੇ ਖਿਆਲ ਦੇ ਨਾਲ, ਉਹਦੇ 360 ਰਨ ਨੇ, 3 ਪਾਰੀਆਂ ਦੇ ਵਿੱਚ 360 ਰਨ, ਔਰ 3 ਮੈਚਾਂ ਦੀ ਸੀਰੀਜ਼, ਜੇ 5 ਮੈਚਾਂ ਦੀ ਸੀਰੀਜ਼ ਹੁੰਦੀ ਤਾਂ ਇਹਦੇ ਕੋਲ ਮੌਕਾ ਸੀ, ਮੈਨੂੰ ਲੱਗਦਾ ਕਿ 500 ਰਨ ਵੀ ਠੋਕ ਦਿੰਦਾ ਜਿਸ ਫਾਰਮ ਦੇ ਵਿੱਚ ਹੈ। ਔਰ ਜੋ ਇਹਦੀ ਮੁੰਡੇ ਦੀ ਕਹਿ ਲਓ ਕਿ ਸਟ੍ਰੋਕ ਮੇਕਿੰਗ ਹੈ, ਜੋ ਇਸ ਬੰਦੇ ਦਾ ਕੈਲੀਬਰ ਹੈ, ਮੈਂ ਸਮਝਦਾ ਕਿ ਤਾਂ ਬਹੁਤ ਚੈਂਪੀਅਨ ਬੰਦਾ ਮਿਲਿਆ ਇਹਨਾਂ ਨੂੰ ਜੀ। ਬਿਲਕੁਲ ਜੀਨੀਅਸ ਟੈਲੈਂਟ ਹੈ, ਬਹੁਤ ਜ਼ਬਰਦਸਤ ਟੈਲੈਂਟ ਆ। ਤਾਂ ਖੈਰ ਪੂਰੀ ਵੇਖੋ, ਸਾਡੀ ਟੀਮ ਜਿਹੜੀ ਇੰਡੀਆ ਦੀ ਸੀਗੀ ਉਹ ਬੜੀਆਂ ਹਾਰਾਂ ਆਈਆਂ ਤਗੜੀਆਂ ਹੋਈਆਂ ਜਿਹੜੀਆਂ ਇਸ ਸਾਲ, ਤੇ ਬੜੀ ਡੋਲੀ ਜੀ ਪਈ ਸੀਗੀ। ਜਿਵੇਂ ਹੀ ਵਨਡੇ 'ਚ ਆਏ, ਜਿਵੇਂ ਇਸ ਮੁੰਡੇ ਨੇ ਰੋਹਿਤ ਦੇ ਨਾਲ ਆ ਕੇ ਓਪਨਿੰਗ ਸਟਾਰਟ ਕੀਤੀ, ਤਾਂ ਵੇਖ ਲਓ ਉਹਦੀ ਵੀ ਕਿਸਮਤ ਬਦਲ ਗਈ। ਅੱਜ ਉਹਨੇ ਵੀ ਕਈ ਮਹੀਨਿਆਂ ਬਾਅਦ ਸੈਂਚੁਰੀ ਦਾ ਮੂੰਹ ਦੇਖ ਲਿਆ ਜੀ। ਰੋਹਿਤ ਸ਼ਰਮਾ ਨੇ ਪਿਆ ਸੀਗਾ ਜੀ। ਹਾਂ ਜੀ, ਕਿਉਂਕਿ ਦੇਖੋ ਸ਼ੁਭਮਨ ਗਿੱਲ ਨੇ ਜਿਹੜੀ ਓਪਨਿੰਗ ਜੋੜੀ ਦੀ ਭਾਲ ਸੀਗੀ ਇਹਨਾਂ ਨੂੰ, ਉਹ ਭਾਲ ਇਹਨਾਂ ਦੀ ਮੁਕਾ ਦਿੱਤੀ। ਫਿਰ ਨਾਲ ਦੇ ਬੰਦੇ ਤੋਂ ਜਿਹੜਾ ਇੱਕ ਬੋਝ ਹੁੰਦਾ, ਜਿਹੜਾ ਹਾਲਾਂਕਿ ਜੂਨੀਅਰ ਹੈ, ਬਹੁਤ ਜੂਨੀਅਰ ਹੈ, ਪਰ ਉਹ ਬੋਝ ਜਿਹੜਾ ਉਹ ਲਾਤਾ ਆਪਣੇ ਮੋਢਿਆਂ ਤੇ ਲੈ ਲਿਆ। ਸੋ ਇਹੀ ਚੈਂਪੀਅਨ ਬੰਦੇ ਦੀ ਪਛਾਣ ਹੁੰਦੀ ਹੈ। ਤੇ ਇਹ ਤਾਂ ਲੰਬੀ ਰੇਸ ਦਾ ਘੋੜਾ, ਇਹਨੂੰ ਤੇ 19 ਸਾਲ ਵਾਲਿਆਂ ਦੀ ਚੀਜ਼ ਦੇਖ ਕੇ ਕਹਿ ਦਿੱਤਾ ਸੀ ਐਕਸਪਰਟਸ ਨੇ, ਇਹ ਬਹੁਤ ਮੁੰਡਾ ਅੱਗੇ ਜਾਏਗਾ। ਇਹ ਮੁੰਡਾ ਹਾਲੇ ਤਾਂ ਕਹਿ ਲਓ ਕਿ ਉਹ ਜਿਵੇਂ ਕਹਿੰਦਾ ਨਾ ਸਰਤਾਜ, ਹਾਲੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ ਕਾਲ ਦੀਆਂ, ਤਾਂ ਹਾਲੇ ਤਾਂ ਸ਼ੁਰੂਆਤਾਂ ਨੇ, ਬਹੁਤ ਲੰਬਾ ਖੇਡੇਗਾ ਇਹ ਮੁੰਡਾ। ਤਾਂ ਇਹਨਾਂ ਨੇ ਕਲੀਨ ਸਵੀਪ ਕਰ ਦਿੱਤਾ। ਔਰ ਕਮਾਲ ਦੀ ਗੱਲ ਆ ਕਿ ਇੰਡੀਆ ਜਿਹੜੀ 4ਥੇ ਨੰਬਰ ਤੇ ਸੀ ਉਹ ਪਹੁੰਚ ਗਈ ਅੱਜ 1 ਨੰਬਰ ਤੇ ICC ਰੈਂਕਿੰਗ ਦੇ ਵਿੱਚ, ਤੇ ਜਿਹੜੀ ਨਿਊਜ਼ੀਲੈਂਡ ਟੌਪ ਸੀ ਉਹ 4ਥੇ ਤੇ ਡਿੱਗ ਪਈ ਕਿਉਂਕਿ ਕਲੀਨ ਸਵੀਪ ਹੋ ਗਿਆ ਜੀ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਆ? ਜੀ ਬਿਲਕੁਲ, ਸਾਰੀਆਂ ਗੱਲਾਂ ਕਰਕੇ ਤਾਂ ਖੁਸ਼ਨੁਮਾ ਖਬਰ ਤੇ ਫਿਰ ਜ਼ਰੂਰ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਤਾਂ ਖੈਰ ਇਹਦੇ ਵਿੱਚ ਆਪਾਂ ਇੱਕ ਗੱਲ NRI ਦੀ ਕਰਾਂਗੇ। ਤਰਨਤਾਰਨ ਜ਼ਿਲ੍ਹੇ ਦੇ ਵਿੱਚ NRI ਨੇ ਜਿਹੜੇ ਕਿ ਸੰਧੂ ਸਾਹਿਬ, ਇਹਨਾਂ ਨੇ ਕੀ ਕੀਤਾ ਹੈ ਕਿ ਇੱਕ 40 ਲੱਖ ਦੀ ਇਮਾਰਤ ਜਿਹੜੀ ਹੈ ਉਹ ਇਹਨਾਂ ਨੇ ਪੇਂਟ ਕੀਤੀ ਹੈ ਕਿ ਤੁਸੀਂ ਇੱਥੇ ਆਪਣੀਆਂ ਸਿਹਤ ਸੇਵਾਵਾਂ ਜਿਹੜੀਆਂ ਉਹ ਜਾਰੀ ਰੱਖੋ। ਕਿਉਂਕਿ ਭਿੱਖੀਵਿੰਡ ਦੇ ਪਿੰਡ ਅਮਰਗਿੰਦਪੁਰਾ, ਇਹਦੇ ਦੇ ਸਾਬਕਾ ਸਰਪੰਚ, ਸਾਬਕਾ ਡਾਇਰੈਕਟਰ ਲੈਂਡਮਾਰਕ ਰਣਜੀਤ ਸਿੰਘ ਸਾਧੂ, ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਗੁਰਲਾਲ ਸਿੰਘ ਦਾ ਸਾਲ 2019 ਦੇ ਵਿੱਚ ਦੇਹਾਂਤ ਹੋ ਗਿਆ ਸੀ ਅਮਰੀਕਾ ਦੇ ਵਿੱਚ। ਤਾਂ ਉਹਨਾਂ ਦੀ ਯਾਦ ਨੂੰ ਸਮਰਪਿਤ ਉਹਨਾਂ ਨੇ ਬਿਲਡਿੰਗ ਬਣਾ ਕੇ ਜਿਹੜੀ ਹੈ ਉਹ ਸੌਂਪੀ ਹੈ। ਤਾਂ ਇਹ ਬਹੁਤ ਵਧੀਆ ਗੱਲ ਆ। ਇੱਕ ਤੇ ਇਹ ਆ ਕਿ ਦੇਖੋ ਪਿਆਰੇ ਦੀ ਯਾਦ ਜਿਹੜੀ ਹੈ ਤੁਸੀਂ ਉਹ ਕਾਇਮ ਕਰ ਲੈਂਦੇ ਹੋ। ਤਾਂ ਦੂਜੀ ਗੱਲ ਇਹ ਆ ਕਿ ਕਿਸੇ ਹੋਰ ਦੀ ਜਾਨ ਬਚ ਸਕਦੀ ਹੈ ਜੀ। ਬਿਲਕੁਲ ਇਸੇ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਅੱਗੇ ਵੀ ਦੇਖਿਆ ਕਿ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ NRIs ਵੱਲੋਂ ਬਾਕਮਾਲ ਨੇ, ਬਾਕਮਾਲ ਆ। ਸੋ ਇਹ ਵੀ ਬਹੁਤ ਵਧੀਆ ਇਹਨਾਂ ਦੀ ਕੋਸ਼ਿਸ਼ ਆ। ਸਲਾਮ ਹੈ, ਸਜਦਾ। ਬਹੁਤ ਔਖਾ ਹੁੰਦਾ ਹੈ ਇਹੋ ਜਿਹੇ ਦਰਦ ਦੇ ਵਿੱਚੋਂ ਤੁਸੀਂ ਜਦੋਂ ਗੁਜ਼ਰਦੇ ਹੋ, ਤੇ ਤਦ ਵੀ ਫਿਰ ਉਸ ਸਦਮੇ ਚੋਂ ਨਿਕਲਦਿਆਂ ਜੇ ਤੁਸੀਂ ਸਮਾਜ ਲਈ ਸੋਚਦੇ ਹੋ, ਉਹ ਤਾਂ ਬਹੁਤ ਵੱਡੇ ਦਿਲ ਦੀ ਤੇ ਬਹੁਤ ਵੱਡੇ ਦਿਮਾਗ ਦੀ ਗੱਲ ਹੈ ਜੀ।